ਤੁਸੀਂ ਦੇਖ ਰਹੇ ਹੋ ਫਾਸਟ ਵੇ ਨਿਊਜ਼ ਤੇ ਮੈਂ ਹਾਂ ਅਮਿਤ ਸ਼ਰਮਾ। ਪੰਜਾਬ ਦੇ ਵਪਾਰੀਆਂ ਦੀ ਗੱਲ ਕਰੀਏ ਤਾਂ ਪੰਜਾਬ ਦੀ ਸਰਕਾਰ ਤੋਂ ਵੱਡੀਆਂ ਉਮੀਦਾਂ ਸੀ ਕਿ ਪਿਛਲੇ ਲਾਕਡਾਊਨ 'ਚ ਕੋਈ ਰਾਹਤ ਮਿਲੂਗੀ, ਪਿਛਲੇ ਕਰਫਿਊ ਜਿਹੜਾ ਹੋਇਆ ਕਰੋਨਾ ਕਰਕੇ ਉਹਦੇ 'ਚ ਕੋਈ ਰਾਹਤ ਮਿਲੂਗੀ, ਪਰ ਕੁਝ ਨਹੀਂ ਮਿਲਿਆ। ਇਸ ਵਾਰ ਵੀ ਫਿਰ ਕਰੋਨਾ ਆਉਂਦਾ, ਫਿਰ ਲਾਕਡਾਊਨ ਹੁੰਦਾ, ਵਪਾਰੀ ਵੱਡੇ ਘਾਟੇ 'ਚ ਦੁਬਾਰਾ ਫਿਰ ਚਲੇ ਜਾਂਦਾ ਹੈ। ਤਾਂ ਹੁਣ ਵਪਾਰੀ ਲਗਾਤਾਰ ਸਰਕਾਰ ਤੋਂ ਉਮੀਦ ਲਗਾ ਕੇ ਬੈਠਾ ਹੈ ਕਿ ਸਰਕਾਰ ਦਾ ਕੁਝ ਸਮਾਂ ਰਹਿ ਗਿਆ, 2022 'ਚ ਚੋਣਾਂ ਹੋਣੀਆਂ, ਪਰ ਸਰਕਾਰ ਨੇ ਵਪਾਰੀ ਬਾਰੇ ਨਹੀਂ ਸੋਚਿਆ। ਚਾਹੇ ਕਿਸਾਨਾਂ ਦੀ ਗੱਲ ਹੋਵੇ ਤੇ ਚਾਹੇ ਸਰਕਾਰੀ ਮੁਲਾਜ਼ਮਾਂ ਦੀ, ਹਰ ਪਾਸੇ ਸਰਕਾਰ ਸੋਚ ਰਹੀ ਹੈ ਪਰ ਵਪਾਰੀ ਨੂੰ ਇਗਨੋਰ ਕੀਤਾ ਜਾ ਰਿਹਾ ਹੈ। ਇਹ ਸਾਰੇ ਗੱਲਬਾਤ ਨੂੰ ਲੈ ਕੇ ਅੱਜ ਵਪਾਰ ਮੰਡਲ ਦੀ ਬਠਿੰਡਾ ਮੀਟਿੰਗ ਵੀ ਹੋਈ ਹੈ ਤਾਂ ਸਾਡੇ ਨਾਲ ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਅਮਿਤ ਕਪੂਰ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਕਪੂਰ ਸਾਹਿਬ, ਲੱਗਦਾ ਤੁਹਾਨੂੰ ਕਿ ਵਪਾਰੀ ਜਮਾ ਦਰਕਿਨਾਰੀ ਕਰਤਾ, ਸਰਕਾਰ ਕੋ ਧਿਆਨ ਦੇ ਹੀ ਨਹੀਂ ਰਹੀ? ਵਪਾਰੀ ਨੂੰ ਤਾਂ ਅੱਜ ਨਹੀਂ, ਮੇਰੇ ਖਿਆਲ ਜਦ ਤੋਂ ਵੀ ਸਾਡਾ ਹੋਸ਼ ਸੰਭਾਲਿਆ ਦਰਕਿਨਾਰ ਇਹਨਾਂ ਨੇ ਕੀਤੀ ਰੱਖਿਆ, ਲੇਕਿਨ ਅਸੀਂ ਕਦੇ ਇਸ ਚੀਜ਼ ਦੇ ਬਾਰੇ ਜ਼ਿਆਦਾ ਗੋਲਿਆ ਵੀ ਨਹੀਂ ਸੀਗਾ। ਪਰ ਹੁਣ ਹੱਦ ਤਾਂ ਉਦੋਂ ਹੋ ਚੁੱਕੀ ਹੈ ਕਿ ਜਦੋਂ ਇਹ 70 ਸਾਲਾਂ ਦੇ ਵਿੱਚ ਇੱਕ ਪਹਿਲੇ ਵਾਰੀ ਇਸ ਤਰ੍ਹਾਂ ਦੀ ਪੋਜੀਸ਼ਨ ਆਈ ਸੀ, ਜਦੋਂ ਵਪਾਰੀ ਨੇ ਕੁਛ ਨਾ ਕੁਛ ਆਪਣੇ ਕੰਨਿਓ ਇੱਛੁਕ ਜ਼ਾਹਿਰ ਕੀਤੀ ਸੀ ਕਿ ਸਾਨੂੰ ਕੁਛ ਨਾ ਕੁਛ ਸਰਕਾਰ ਵੱਲੋਂ ਹੈਲਪ ਦੀ ਲੋੜ ਹੈ। ਲੇਕਿਨ ਇੰਨੀ ਕੁ ਜ਼ਿਆਦਾ ਬੇਸ਼ਰਮ ਹੋਈਆਂ ਸਰਕਾਰਾਂ ਜਿਹੜੀਆਂ ਕਿ ਕਿਸੇ ਵੀ ਲੈਵਲ 'ਤੇ ਕਿਸੇ ਵੀ ਵਪਾਰੀ ਬਾਰੇ, ਉਹਨਾਂ ਨੇ ਕਿਸੇ ਵੀ ਟ੍ਰੇਡ ਬਾਰੇ ਕੁਛ ਨਹੀਂ ਸੋਚਿਆ, ਔਰ ਜਿਹੜਾ ਕਿ ਅੱਜ ਵਪਾਰੀਆਂ ਦੇ ਵਿੱਚ ਬਹੁਤ ਵੱਡਾ ਰੋਸ਼ ਹੈ। ਔਰ ਅੱਜ ਸਰਕਾਰ ਨੂੰ ਜਿਹੜਾ ਹੈ ਇਹਦੇ ਬਾਰੇ ਬਹੁਤ ਜਲਦ ਸੋਚਣ ਦੀ ਲੋੜ ਹੈ। ਅਸੀਂ ਕਹਿੰਦੇ ਹਾਂ ਜਿਹੜਾ GST ਪੇ ਕਰਦਾ, ਘੱਟੋ ਘੱਟ ਤੁਸੀਂ ਉਹਨਾਂ GST ਜਿਹੜਾ 2.5 ਸਾਲ ਦੇ ਵਿੱਚ ਜਿਹੜਾ ਮਾੜਾ ਟਾਈਮ ਅਸੀਂ ਕਰੋਨਾ ਵਾਲਾ ਸੀਜ਼ਨ ਨਿਕਲਿਆ ਨਾ, ਘੱਟੋ ਘੱਟ ਸਾਡਾ ਉਹਨਾਂ ਸਾਨੂੰ ਰਿਟਰਨ ਕਰ ਦਿਓ, ਸਾਨੂੰ ਉਹਦੇ ਨਾਲ ਹੀ ਸਾਡੀਆਂ ਤਸੱਲੀਆਂ ਹੋ ਜਾਣਗੀਆਂ। ਜਿਹੜੇ ਬਿਜਲੀ ਦੇ ਬਿੱਲ ਸਾਡੇ ਬੰਦ ਦੁਕਾਨਾਂ ਦੇ ਤੁਸੀਂ ਭਰੇ ਲਾਏ ਹੈ, ਸਾਨੂੰ ਸਾਲ 1.5 ਸਾਲ ਦੇ ਬਿਜਲੀ ਦਾ ਬਿੱਲ ਮਾਫ ਕਰ ਦਿਓ। ਤੇ ਦੂਜੇ ਪਾਸੇ ਜਿਹੜੀਆਂ ਪ੍ਰਾਪਰਟੀਆਂ ਦੇ ਟੈਕਸ ਹੈ, ਜਿਹੜੀਆਂ ਪ੍ਰਾਪਰਟੀਆਂ ਹੀ ਤੁਹਾਡੇ ਹਵਾਲੇ ਹੋਈਆਂ ਵੀ ਅੱਜ ਤੱਕ ਸਾਡੇ ਕੋਲ, ਉਹ ਕਹਿੰਦੇ ਨਾ ਤਾਂ ਮੈਨੂੰ ਦੁਕਾਨ ਬਾਰੇ ਪਤਾ ਲੱਗਦਾ ਤੇ ਨਾ ਮੈਨੂੰ ਘਰ ਬਾਰੇ ਪਤਾ ਲੱਗਦਾ। ਇਹ ਚੀਜ਼ਾਂ ਜਿਹੜੀਆਂ ਸਰਕਾਰ ਨੂੰ ਅੱਜ ਜ਼ਬਰਦਸਤ ਤਰੀਕੇ ਨਾਲ ਸੋਚਣ ਦੀ ਲੋੜ ਹੈ। ਜੇ ਸਰਕਾਰ ਇਹਦੇ ਬਾਰੇ ਨਹੀਂ ਸੋਚੂਗੀ ਤਾਂ ਬਹੁਤ ਹੀ ਜਲਦੀ ਟਾਈਮ ਆਉਣ ਵਾਲਾ ਹੈ ਜਿਹੜਾ ਕਿ ਕਹਿੰਦੇ ਆ, ਉਹ ਕਹਿੰਦੇ ਨਾ ਖੁਸ਼ਕਿਸਮਤੀ ਕਹਿ ਲਈਏ ਤੇ ਚਾਹੇ ਬਦਕਿਸਮਤੀ ਕਹਿ ਲਓ, ਸਰਕਾਰਾਂ ਨੇ ਫਿਰ ਇਹ ਜਾਊਗੀ ਤਾਂ ਦੂਜੀ ਆ ਜਾਊਗੀ। ਲੇਕਿਨ ਇਹ ਵੀ ਕਾਨੂੰਨ ਬਣਨ ਦੀ ਲੋੜ ਹੈ ਕਿ ਜਿਹੜਾ ਵੀ ਪ੍ਰਧਾਨ ਮੰਤਰੀ ਹੈ, ਚਾਹੇ ਮੰਤਰੀ ਹੈ ਤੇ ਚਾਹੇ ਕੋਈ ਸੰਤਰੀ ਹੈ, ਜਿਹੜੇ ਵਾਅਦੇ ਕਰਕੇ ਉਹ ਆਉਂਦਾ ਹੈ, ਉਹ ਜੇ ਵਾਅਦੇ ਪੂਰੇ ਨਹੀਂ ਹੁੰਦੇ ਤਾਂ ਉਹਨੂੰ ਦੁਬਾਰਾ ਜਿਹੜਾ ਹੈ ਖੜ੍ਹੇ ਹੋਣ ਦੀ ਇਜਾਜ਼ਤ ਸਰਕਾਰ ਵੱਲੋਂ ਨਹੀਂ ਹੋਣੀ ਚਾਹੀਦੀ। ਇਹੋ ਜਿਹੇ ਜਦ ਤੱਕ ਕਾਨੂੰਨ ਬਣਨਗੇ, ਵਪਾਰੀ ਆਪਣਾ ਏਕਤਾ ਦਿਖਾਣਗੇ, ਤਾਂ ਉਸ ਤੋਂ ਬਾਅਦ ਹੀ ਜਾ ਕੇ ਜਿਹੜਾ ਹੈ ਸਰਕਾਰਾਂ ਨੂੰ ਸਮਝ ਆਊਗੀ। ਔਰ ਦੂਸਰੇ ਪਾਸੇ ਜਿਹੜਾ 2022 ਦਾ ਇਲੈਕਸ਼ਨ ਆ ਰਿਹਾ, ਇਹਦੇ 'ਚ ਸਾਨੂੰ ਕਹਿਣ ਦੀ ਲੋੜ ਨਹੀਂ, ਜਦੋਂ ਤੁਸੀਂ ਸਾਡੇ ਕੋਲ ਆਓਗੇ ਤਾਂ ਸਾਡੇ ਵਪਾਰੀ ਪੂਰੇ ਤੱਪੇ ਬੈਠੇ ਹੈ, ਔਰ ਉਦੋਂ ਤੁਹਾਨੂੰ ਇਹ ਲੋਕੀ ਕੱਢ ਕੇ ਦਿਖਾਣਗੇ। ਹੋ ਸਕਦਾ ਸਾਡੇ ਡਾਂਗਾਂ ਦੇ ਨਿਸ਼ਾਨ ਤਾਂ ਜਿਹੜੇ ਪੁਲਿਸ ਨੇ ਧੱਕੇ ਕੀਤੇ ਸੀਗੇ ਮਿਟ ਗਏ ਹੋਣ, ਲੇਕਿਨ ਦਿਲ ਦੇ ਉੱਤੋਂ ਜਿਹੜੇ ਧੱਕੇ ਤੁਹਾਡੇ ਕੀਤੇ ਗਏ ਉਹ ਨਿਸ਼ਾਨ ਹਜੇ ਤੱਕ ਨਾ ਤਾਂ ਦਿਲ ਤੋਂ ਨਾ ਦਿਮਾਗ ਤੋਂ ਉਤਰੇ ਆ। ਇਹ ਚੀਜ਼ਾਂ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਵਪਾਰੀ ਦੱਸ ਦੇਣਗੇ ਵੀ ਕੀ ਚੀਜ਼ ਹੋਈ ਹੈ। ਪਰ ਲੱਗਦਾ ਤੁਹਾਨੂੰ ਜਿਵੇਂ 6ਵਾਂ ਪੇ ਕਮਿਸ਼ਨ ਸਰਕਾਰੀ ਮੁਲਾਜ਼ਮਾਂ ਨੂੰ ਰਾਹਤ ਦਿੱਤੀ ਗਈ ਹੈ, ਬੇਸ਼ੱਕ ਉਹ ਖੁਸ਼ ਨਹੀਂ ਹੈਗੇ, ਸਰਕਾਰੀ ਮੁਲਾਜ਼ਮ ਕਹਿ ਰਹੇ ਕਿ ਇਹ ਬਹੁਤ ਘੱਟ ਹੈਗਾ, ਪਰ ਤੁਹਾਨੂੰ ਲੱਗਦਾ ਕਿ ਇਹ ਪੋਲੀਟੀਕਲ ਸਟੰਟ ਹੀ ਹੈ ਸਾਰਾ ਕੁਝ ਜੋ ਸਰਕਾਰ ਦਿਖਾ ਰਹੀ ਹੈ? ਦੇਖੋ ਜੀ, ਅਸੀਂ ਤਾਂ ਹਮੇਸ਼ਾ ਕਹਿੰਦੇ ਆਉਂਦੇ ਹਾਂ ਵੀ ਜਦੋਂ ਮੈਨੂੰ ਭੁੱਖ ਹੈ ਉਦੋਂ ਤੁਸੀਂ ਮੈਨੂੰ ਕੁਝ ਦੇ ਨਹੀਂ ਰਹੇ, ਤੇ ਜਦੋਂ ਭੁੱਖ ਨਹੀਂ ਹੁੰਦੀ ਉਦੋਂ ਧੱਕੇ ਨਾਲ ਕੁੱਟ-ਕੁੱਟ ਕੇ ਖਵਾਉਂਦੇ ਹੋ। 6th ਪੇ ਕਮਿਸ਼ਨ ਦਾ ਅਸੀਂ ਵੈਲਕਮ ਕਰਦੇ ਹਾਂ, ਬਹੁਤ ਟਾਈਮ ਪਹਿਲੇ ਆ ਜਾਣਾ ਚਾਹੀਦਾ ਸੀ, ਲੇਕਿਨ ਚਲੋ ਜਦੋਂ ਵੀ ਆਇਆ ਉਦੋਂ ਵੀ ਬਹੁਤ ਵਧੀਆ ਹੋਇਆ। ਲੇਕਿਨ ਉਹ ਚੀਜ਼ ਦੇ ਵਿੱਚ ਤੁਸੀਂ ਇਹ ਚੀਜ਼ ਨਾ ਸੋਚੋ ਕਿ ਇਹਦੇ ਨਾਲ ਤੁਹਾਡੇ ਵਪਾਰੀ ਵੀ ਸਾਰੇ ਖੁਸ਼ ਹੋ ਜਾ ਕੇ ਬਹਿ ਜਾਣਗੇ, ਜਦ ਕਿ ਵਪਾਰੀ ਜਿਹੜਾ ਹੈ ਸਭ ਤੋਂ ਵੱਧ ਜਿਹੜਾ ਨੁਕਸਾਨ ਐਤਕੀ ਜਿਹੜਾ ਹੋਇਆ, ਕਿਉਂਕਿ ਇੰਪਲਾਈ ਨੂੰ ਹਮੇਸ਼ਾ ਕਿਤੇ ਨਾ ਕਿਤੇ ਕੁਛ ਨਾ ਕੁਛ ਤਨਖਾਹ ਮਿਲਦੀ ਰਹੀ ਹੈ, ਔਰ ਇੰਪਲਾਈ ਦਾ ਕਿਸੇ ਵੀ ਲੈਵਲ 'ਤੇ ਜੋ ਵੀ ਰਿਹਾ ਤਾਂ ਉਹਨੂੰ ਸਰਕਾਰ ਵੱਲੋਂ ਕੋਈ ਨਾ ਕੋਈ ਸਹਾਇਤਾ ਮਿਲਦੀ ਰਹੀ ਹੈ। ਲੇਕਿਨ ਇੱਕ ਵਪਾਰ ਹੀ ਐਸਾ ਸੀਗਾ ਜਿਹਦੇ ਵਿੱਚ ਕਿਸੇ ਵੀ ਸਰਕਾਰ ਨੇ, ਕਿਸੇ ਵੀ ਪਾਰਟੀ ਨੇ ਸਾਡੇ ਨਾਲ ਕੋਈ ਝੂਠਾ ਵਾਅਦਾ ਵੀ ਨਹੀਂ ਕੀਤਾ ਵੀ ਸਾਨੂੰ ਘੱਟੋ ਘੱਟ ਲੋਲੀਪੌਪ ਹੀ ਦੇ ਜਾਂਦੇ ਵੀ ਭਾਈ ਤੁਹਾਡਾ ਆ ਕਰਾਂਗੇ। ਇਹਦੇ ਇੰਨੀਆਂ ਜਿਹੜੀਆਂ ਬੇਸ਼ਰਮ ਹੋਈਆਂ ਸਰਕਾਰਾਂ ਜਾਂ ਪਾਰਟੀਆਂ ਜਿਹੜੀਆਂ ਇਹ ਜਿਹੜੀਆਂ ਸਾਨੂੰ ਸ਼ੋਅ ਕਰ ਰਹੀਆਂ ਕਿ ਇਹਦੇ 'ਚ ਜਿਹੜਾ ਹੈ ਵਪਾਰੀਆਂ ਨੂੰ ਆਪਣੇ ਮੋਢੇ 'ਤੇ ਆਪ ਚਲਾਉਣ ਦੀ ਲੋੜ ਹੈ। ਤਾਂ ਅੱਜ ਇਹ ਟਾਈਮ ਆ ਗਿਆ ਕਿ ਸਾਨੂੰ ਇਹ ਦੱਸਣ ਦੀ ਲੋੜ ਹੈ ਕਿ ਜਿਹੜਾ ਸਾਡੀ ਗੱਲ ਨਹੀਂ ਸੁਣੂਗਾ ਅਸੀਂ ਉਹਨਾਂ ਦਾ ਟੋਟਲੀ ਬਾਈਕਾਟ ਕਰਾਂਗੇ। ਆਉਣ ਵਾਲੇ ਟਾਈਮਾਂ ਦੇ ਵਿੱਚ ਉਹਨਾਂ ਨੂੰ ਬਿਲਕੁਲ, ਉਹ ਕਹਿੰਦਾ ਨਾ, ਘਰੇ ਆਉਣਾ ਤਾਂ ਬਹੁਤ ਦੂਰ ਦੀ ਗੱਲ ਹੈ, ਸੜਕਾਂ 'ਤੇ ਭਜਾਉਣ ਵਾਲਾ ਕੰਮ ਸ਼ੁਰੂ ਕਰਨਾ ਪਊਗਾ। ਇਹ ਚੀਜ਼ ਵਪਾਰੀਆਂ ਦੀ ਆਉਣ ਵਾਲੀ ਜਿਹੜੀ ਹੈ ਜ਼ਰੂਰਤ ਬਣ ਚੁੱਕੀ ਹੈ। ਮੈਨੂੰ ਲੱਗਦਾ ਕਿ ਵਪਾਰ ਘਾਟੇ ਜਾ ਰਿਹਾ, ਅੱਜ ਵੀ ਘਾਟੇ ਜਾਂ ਮਾਰਕੀਟ ਬਿਲਕੁਲ ਖਾਲੀ ਪਈ ਹੈ, ਤਾਂ ਸਰਕਾਰ ਜਿਹੜਾ GST ਤੁਸੀਂ ਕਹਿ ਰਹੇ ਹੋ ਜੇ ਇਹ ਰਿਟਰਨ ਕਰਦੀ ਹੈ ਤਾਂ ਇਹਨਾਂ ਰਾਹਤ ਥੋੜੀ ਲੱਗੂਗੀ ਤੁਹਾਨੂੰ? ਬਿਲਕੁਲ। ਜੇ GST ਜੇ ਮੰਨ ਲਓ ਮੈਂ 2 ਲੱਖ ਰੁਪਈਆ, 2.5 ਲੱਖ ਰੁਪਈਆ, 4 ਲੱਖ, ਜੋ ਵੀ ਜਿੰਨਾ ਜਿਹੜੇ ਬੰਦੇ ਨੇ ਜਿੰਨਾ ਵੀ ਉਹਦਾ ਬਿਜ਼ਨਸ ਹੈਗਾ ਉਹਦੇ ਹਿਸਾਬ ਨਾਲ ਮੁੜ ਜੇ, ਪਲੱਸ ਜਿਹੜਾ ਸਰਕਾਰ ਵੱਲੋਂ ਜਿਹੜੇ ਸਾਡੇ ਧੱਕੇ ਨਾਲ ਜਿਹੜੇ ਬਿਜਲੀ ਦੇ ਬਿੱਲ ਜਿਹੜੇ ਸਾਲ 1.5 ਸਾਲ ਦੇ ਲਿੱਤੇ ਗਏ ਉਹ ਵਾਪਸ ਹੋ ਜਾਣ ਤਾਂ ਇਹਨਾਂ ਨਾਲ ਹੀ ਰਿਲੀਫ ਮਿਲ ਜੂਗਾ। ਦੂਸਰੇ ਪਾਸੇ ਸਾਡਾ ਜਿਹੜਾ ਹੈ ਉਹ ਚਲੋ ਸੈਂਟਰ ਲੈਵਲ ਦੀ ਗੱਲਾਂ ਆ ਜਾਂਦੀਆਂ, ਉਹਦੇ 'ਚ ਜਿਹੜਾ ਹੈ ਸੈਂਟਰ ਦੀਆਂ ਜਿਹੜੀਆਂ ਸਰਕਾਰਾਂ, ਸਾਡਾ ਜਿਹੜਾ ਜਿਵੇਂ ਲਿਮਟ ਵਗੈਰਾ ਜਾਂ ਬੈਂਕਾਂ ਦਾ ਜਿਹੜਾ ਇੰਟਰਸਟ ਹੈ, ਪਿੱਛੇ ਜੀ ਇਹਨਾਂ ਨੇ ਕਹਿਤਾ ਸੀ 3 ਮਹੀਨੇ ਅੱਗੇ ਕਰਤਾ, 3 ਮਹੀਨੇ ਤੋਂ ਬਾਅਦ 6 ਮਹੀਨੇ ਕਰਤਾ, ਪਰ ਉਹ ਵੀ ਜਿਹੜਾ ਹੈ ਵਿਆਜ ਤੋਂ ਵਿਆਜ ਪਾ ਕੇ ਉਹਨਾਂ ਨੇ ਬੈਂਕਾਂ ਨੇ ਲਿੱਤਾ ਹੈ। ਅਸੀਂ ਉਹਦੀ ਵੀ ਨਿੰਦਾ ਕਰਦੇ ਹਾਂ। ਉਹਦੇ 'ਤੇ ਵੀ ਇਹਨਾਂ ਨੂੰ ਸੈਂਟਰ ਸਰਕਾਰ ਨੂੰ ਸੋਚਣ ਦੀ ਲੋੜ ਹੈ ਕਿ ਅੱਜ ਸਾਨੂੰ ਇਹ ਚੀਜ਼ ਦੀ 100% ਜਿਹੜਾ ਹੈ ਜਿਹੜਾ 2 ਸਾਲਾਂ ਦੀ ਜਿਹੜੀ ਪ੍ਰੋਬਲਮ ਰਹੀ ਹੈ, 2 ਸਾਲਾਂ ਦੇ ਵਿੱਚ ਸਾਡੇ ਬਿਜ਼ਨਸ ਦੇ ਜਿੰਨੇ ਵੀ ਲਿਮਟਾਂ ਹੈਗੀਆਂ, ਜੋ ਵੀ ਸਾਡਾ ਬਿਜ਼ਨਸ ਰਿਲੇਟਡ ਜਿਹੜਾ ਇੰਟਰਸਟ ਬਣਦਾ ਸੀ ਉਹ ਮਾਫ ਹੋਣਾ ਚਾਹੀਦਾ।
ਪਲੱਸ ਦੂਜੇ ਪਾਸੇ ਜਿਹੜਾ ਹੈ ਸਾਡਾ ਬਿਜਲੀਆਂ ਦੇ ਬਿੱਲ, ਪਲੱਸ ਜਿਹੜਾ ਹੈਗਾ ਸਾਡਾ GST। ਔਰ GST ਦੇ ਵਿੱਚ ਕਲੀਅਰਲੀ ਗੱਲ ਹੈ ਕਿ ਸਾਨੂੰ GST ਦਾ ਮਤਲਬ ਕਹਿਣ ਦਾ ਮਕਸਦ ਇਹੀ ਹੈ ਕਿ ਇਹੋ ਜਿਹਾ ਟਾਈਮ ਨਾ ਆਵੇ ਕਿ ਅਸੀਂ ਇਹ ਆਪਣੇ ਮੂੰਹੋਂ ਕਹਿਣਾ ਸ਼ੁਰੂ ਕਰ ਦਈਏ ਜੇ ਤੁਸੀਂ ਸਾਡੀ ਸਹਾਇਤਾ ਨਹੀਂ ਕਰ ਸਕਦੇ ਤਾਂ ਸਾਡੇ ਕੋਲ ਵੀ ਟੈਕਸ ਨਾ ਮੰਗਣ ਆਈਓ। ਤਾਂ ਆਉਣ ਵਾਲਾ ਟਾਈਮ ਜੇ ਤੁਸੀਂ ਇਹੋ ਜਿਹੇ ਹਾਲਾਤ ਬਣਾਉਣਗੇ, ਸਰਕਾਰਾਂ ਕਰਨਗੀਆਂ, ਤਾਂ ਵਪਾਰੀਆਂ ਨੂੰ ਉਹ ਦਿਨ ਦੂਰ ਨਹੀਂ ਹੈ ਕਿ ਲੋਕਾਂ ਨੇ ਬਾਹਰ ਲਿਖ ਕੇ ਲਾ ਦੇਣਾ ਕਿ ਸਾਡੇ ਕੋਲ ਸਰਕਾਰ ਟੈਕਸ ਨਾ ਮੰਗਣ ਆਵੇ, ਆਪਣਾ ਘਰ ਆਪਣੇ ਆਪ ਚਲਾਵੇ, ਅਸੀਂ ਆਪਣੇ ਆਪ ਦੇ ਗੱਡੀ ਚਲਾ ਲਾਂਗੇ। ਵਪਾਰੀ ਇੰਨਾ ਵਾਕਾ ਹੈ ਬੈਠਾ ਹੈ। ਬਿਲਕੁਲ। ਕੀ ਲੱਗਦਾ ਕਿ ਸਰਕਾਰ ਨੂੰ ਚਾਹੀਦਾ ਹੈ ਰਾਹਤ ਦੇਣਾ, ਕਿਉਂਕਿ ਦੁਬਾਰਾ 22 'ਚ ਫਿਰ ਚੋਣਾਂ ਆ ਰਹੀਆਂ, ਫਿਰ ਸਰਕਾਰ ਤੁਹਾਡੇ ਕੋਲ ਆਊਗੀ, ਵੋਟ ਤੁਹਾਡੀ ਲੈਣੀ ਹੈ ਸਰਕਾਰ, ਕੀ ਕਹੋਗੇ? ਬਿਲਕੁਲ ਜੀ, ਇਹ ਗੱਲ ਸਹੀ ਹੈ ਕਿ ਸਾਨੂੰ ਦੁੱਖ ਇਸ ਗੱਲ ਦਾ ਹੈ ਕਿ ਜਿਹੜੀ ਪੰਜਾਬ ਸਰਕਾਰ ਹੈ ਜਾਂ ਸੈਂਟਰ ਸਰਕਾਰ ਹੈ, ਵਪਾਰੀਆਂ ਨੂੰ ਤਾਂ ਆਪਦਾ ਜਾਣੀ ਮਤੇਰ ਪੁੱਤੀ ਸਮਝਦੀ ਹੈ। ਅਸੀਂ ਕਹਿੰਦੇ ਆ ਵੀ ਕਿਸਾਨਾਂ ਦਾ ਕਰੋ, ਮੁਲਾਜ਼ਮਾਂ ਦਾ ਕਰੋ, ਪਰ ਵਪਾਰੀਆਂ ਬਾਰੇ ਵੀ ਕੁਝ ਸੋਚੋ। ਜਿਵੇਂ ਸਾਡੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਸ਼੍ਰੀ ਅਮਿਤ ਕਪੂਰ ਨੇ ਦੱਸਿਆ ਹੁਣੇ, ਇਹਨਾਂ ਦੇ ਮੁਤਾਬਕ ਕਰਨਾ ਚਾਹੀਦਾ ਹੈ, ਕੁਛ ਨਾ ਕੁਛ ਜ਼ਰੂਰ ਕਰਨਾ ਚਾਹੀਦਾ ਹੈ। ਬਸ ਮੈਂ ਇੰਨੇ ਕਹਿਣਾ ਚਾਹੁੰਦਾ। ਬਿਲਕੁਲ ਜੀ। ਜੈਨ ਸਾਹਿਬ, ਲੱਗਦਾ ਹੈ ਕਿ ਬਹੁਤ ਵੱਡਾ ਨੁਕਸਾਨ ਝੇਲਿਆ, ਮਤਲਬ ਜਿਹੜੇ ਦੁਕਾਨਦਾਰਾਂ ਦੀ ਤਨਖਾਹ ਦੇਣ ਵਾਸਤੇ ਵੀ ਹੈ ਨਹੀਂ ਸੀ ਵਪਾਰੀਆਂ ਕੋਲੇ, ਬਿਜਲੀ ਦੇ ਬਿੱਲ ਵੀ ਕਈਆਂ ਦੇ ਨਹੀਂ ਭਰੇਗੇ, ਕੀ ਕਹੋਗੇ ਕੈਪਟਨ ਸਾਹਿਬ ਨੂੰ? ਅਸੀਂ ਤਾਂ ਦੋਸਤੋ ਕਹਿ ਹੀ ਸਕਦੇ ਹਾਂ, ਸਾਡੀ ਸੁਣਦਾ ਹੈ ਕੋਈ ਨਹੀਂ ਸੁਣਦਾ। ਇਸ ਗੱਲ ਦਾ ਬਹੁਤ ਦੁੱਖ ਹੈ ਕਿ ਜਦੋਂ ਕਿਸੇ ਵੱਡੇ ਅੱਗੇ ਬੋਲਿਆ ਜਾਂਦਾ, ਜੋ ਸਰਕਾਰ ਹੈ, ਸਰਕਾਰ ਨੂੰ ਆਪਾਂ ਮਾਈ ਬਾਪ ਕਹਿੰਦੇ ਆ, ਜਿਹੜੀ ਸਿੱਧੀ ਭਾਸ਼ਾ ਹੁੰਦੀ ਹੈ ਉਹਦੇ 'ਚ ਆਪਾਂ ਮਾਈ ਬਾਪ ਕਹਿੰਦੇ ਆ, ਆਪਾਂ ਆਪਣਾ ਮਾਲਕ ਕਹਿੰਦੇ ਆ। ਜਦੋਂ ਆਪਣੀ ਉਹ ਨਹੀਂ ਸੁਣਨਗੇ ਗੱਲ, ਤਾਂ ਅਲਟੀਮੇਟਲੀ ਕੀ ਹੈ? ਅਲਟੀਮੇਟਲੀ ਤੜਫ ਕੇ ਮਰਨ ਵਾਲੀ ਗੱਲ ਹੈ, ਹੋਰ ਕੁਝ ਨਹੀਂ। ਜਿਹੜੇ ਸੁਸਾਈਡ ਕੋਈ ਹੋਰ ਕਲਾਸ ਕਰ ਰਹੀ ਸੀ, ਹੁਣ ਇਹ ਵਪਾਰੀ ਕਲਾਸ 'ਚ ਆ ਜੂਗੀ। ਵਪਾਰੀ ਕਲਾਸ ਦਾ ਇਹ ਸਿਸਟਮ ਹੈ ਕਿ ਇਸ ਟਾਈਮ ਜਿਹੜੇ ਬੈਂਕਾਂ ਵਾਲੇ ਵੀ ਹੈ, ਕੀ ਹੋ ਰਿਹਾ ਤੁਹਾਨੂੰ ਮੈਂ ਇੱਕ ਨਵੀਂ ਗੱਲ ਦੱਸਾਂ ਤੁਹਾਨੂੰ, ਮੇਰੇ ਕੋਲ ਕੱਲ੍ਹ ਆਈ ਗੱਲ ਨਵੀਂ, ਕਿ ਇਹ ਤੁਹਾਡੀ ਲਿਮਿਟ ਹੈਗੀ ਇੱਕ ਕੋਈ ਐਕਸ ਅਮਾਊਂਟ ਤੁਹਾਡੀ ਲਿਮਿਟ ਹੈਗੀ ਹੈ, ਉਹ ਬੰਦੀ ਹੈ ਅਕੋਰਡਿੰਗ ਟੂ ਯਰ ਸਟਾਕ ਐਂਡ ਸੇਲਸ। ਪਿਛਲੇ 1.5 ਸਾਲ 'ਚ ਤੁਹਾਡੀ ਸੇਲ ਦੀ ਇਸ 'ਤੇ ਜੀ ਬੈਂਡ ਵੱਜ ਗਿਆ ਤੁਹਾਡਾ ਸੇਲ ਦਾ, ਸੇਲ ਤੁਹਾਡੀ ਹੋਈ ਨਹੀਂ। ਬੈਂਕ ਵਾਲੇ ਕਹਿੰਦੇ ਆ ਜਾਓ ਜੀ, ਆ ਕੇ ਆਪਣੀ ਲਿਮਿਟ ਸੈੱਟ ਕਰਾਓ ਜੀ, ਤੁਹਾਡੀ ਜਿਹੜੀ 100 ਰੁਪਏ ਦੀ ਲਿਮਿਟ ਹੈ ਅਸੀਂ 70 ਰੁਪਏ ਦੀ ਕਰਾਂਗੇ ਜੀ, ਲਿਆਓ 30 ਰੁਪਏ ਲਿਆਓ ਜਾ ਕੇ ਘਰੋਂ ਆਪਦੇ, ਕਿਉਂਕਿ ਉਹਦੇ ਕੋਲ ਸੇਲ ਨਹੀਂ ਹੈ। ਪਰ ਸਰਕਾਰ ਦੇ ਨੋਰਮਸ ਇਹ ਹੈ, ਬੈਂਕਿੰਗ ਦੇ ਨੋਰਮਸ ਹੈ, ਜੇ ਬੈਂਕ ਵਾਲੇ ਸਹੀ ਹੈ, ਬੈਂਕ ਵਾਲੇ ਕੋਈ ਧੱਕਾ ਨਹੀਂ ਕਰਦੇ ਪਏ। ਇਹ ਤਾਂ ਗਵਰਨਮੈਂਟ ਨੂੰ ਰਿਲੈਕਸੇਸ਼ਨ ਦੇਣੀ ਚਾਹੀਦੀ ਹੈ। ਇਹ ਇੱਕ ਨਵੀਂ ਗੇਮ, ਨਵੀਂ ਗੱਲ ਸਾਹਮਣੇ ਆਈ ਹੈ ਜਿਹਦੇ 'ਤੇ ਹੁਣ ਨਵੀਆਂ ਗਾਜ਼ ਗਿਰੂਗੀ ਵਪਾਰੀਆਂ 'ਤੇ। ਅਤੇ ਮੇਰਾ ਖਿਆਲ ਹੈ ਵਪਾਰੀ ਕਿਹੜਾ ਹੈ ਜਿਹਦੀ ਬੈਂਕ 'ਚ ਲਿਮਿਟ ਨਹੀਂ ਹੈ, ਅਤੇ ਕਿਹੜਾ ਬੰਦਾ ਇਹੋ ਜਿਹਾ ਜਿਹਦੀ ਸੇਲ ਘਟੀ ਨਹੀਂ ਹੈ। ਹਰ ਇੱਕ ਬੰਦੇ ਦੀ ਸੇਲ ਘਟੀ ਹੈ ਅਤੇ ਸੇਲ ਦੀ ਸਰਕੂਲੇਸ਼ਨ ਹੈ ਨਹੀਂ, ਤਾਂ ਰਾਦਰ ਬੈਂਕਾਂ ਦੀ ਲਿਮਿਟਾਂ ਵਾਲੇ ਵੀ ਨੇ ਵੀ ਨੋਟਿਸ ਭੇਜਣੇ ਸ਼ੁਰੂ ਕਰਤੇ ਕਿ ਆ ਕੇ ਜੀ ਰੀਨਿਊ ਕਰਾਓ ਆਪਣੀਆਂ ਲਿਮਿਟਾਂ, ਆਪਣੀਆਂ ਆ ਕੇ ਰਿਵਿਊ ਕਰਨੀ ਹੈ ਜੀ, ਆਓ ਤੁਸੀਂ ਆ ਜਾਓ ਬੈਂਕਾਂ 'ਚ, ਆਓ ਤੁਸੀਂ ਸਾਡੇ ਕੋਲ। ਲੱਗਦਾ ਕਿ ਜੇ ਸਰਕਾਰ ਹੁਣ ਵੀ ਵਪਾਰੀਆਂ ਨਾਲ ਨਾ ਖੜੀ ਤਾਂ ਜਿੱਥੇ ਵਪਾਰ ਠੱਪ ਹੈ ਤਾਂ ਵਪਾਰੀ ਬਿਲਕੁਲ ਠੱਪ ਹੋ ਜਾਣਗੇ। ਐਗਜ਼ੈਕਟਲੀ ਇੱਦਾਂ ਹੀ ਹੈ ਜੀ, ਹੋਰ ਕੀ ਹੈ? ਇਹ ਤਾਂ ਹੋਇਆ ਹੀ ਪਿਆ ਜੀ, ਹੁਣ ਹੀ ਠੱਪ ਹੋਇਆ ਪਿਆ ਜੀ। ਇਸ ਤੋਂ ਬਾਅਦ ਤਾਂ ਹੁਣ ਨੈਕਸਟ ਸਟੇਜ ਹੈ ਜੀ, ਨੈਕਸਟ ਸਟੇਜ ਇਜ਼ ਅਲਟੀਮੇਟਲੀ ਗੋਨ। ਬਸ ਉਹ ਗੋਨ ਕੇਸ ਵਾਲੀ ਗੱਲ ਹੋ ਜੂਗੀ, ਫਿਰ ਉਹ ਕਹਾਣੀ ਖਤਮ ਹੋ ਜੂਗੀ। ਬਸ ਹੁਣ ਇਸ ਸਮੇਂ ਜਦੋਂ ਰੋ ਕੇ ਬੰਦਾ ਥੱਕ ਜਾਂਦਾ ਬੱਚਾ, ਤਾਂ ਉਹ ਸੌਂ ਹੀ ਜਾਂਦਾ ਜੀ। ਮੈਂ ਤਾਂ ਇਹ ਦੇਖਦਾ ਹੁੰਦਾ ਕਿ ਜਦੋਂ ਕਿ ਬੱਚੇ ਦੀ ਮਾਂ ਨਹੀਂ ਸੁਣਦੀ ਉਹਦੀ, ਤੇ ਉਹ ਰੋ ਕੇ ਵਿਚਾਰਾ ਆਪਣੇ ਆਪ ਸੋ ਜਾਂਦਾ ਹੈ, ਜਾਂ ਫਿਰ ਬਿਰਕਦਾ ਆਪੇ ਪਿਆ ਰਹਿੰਦਾ ਹੈਗਾ। ਸੇਮ ਇਜ਼ ਵਿਦ ਦ ਵਪਾਰੀ। ਵਪਾਰੀਆਂ ਦੀ ਕੋਈ ਵੀ ਕਿਸੇ ਵੀ ਗੱਲ 'ਤੇ ਗੱਲ ਨਹੀਂ ਹੁੰਦੀ। ਇਸ ਟਾਈਮ ਸਰਕਾਰਾਂ ਨੇ ਪਤਾ ਨਹੀਂ ਕੀ ਰੂਟੀਨ ਹੀ ਬਣਾ ਲਿਆ ਕਿ ਕੋਈ ਨਾ ਕੋਈ ਗੇਮ ਦੱਸਤੀ। ਮੇਰਾ ਖਿਆਲ ਆ ਜਿਹੜੀ ਹੁਣੇ ਕਪੂਰ ਸਾਹਿਬ ਨੇ ਗੱਲ ਕੀਤੀ ਹੈ ਕਿ ਅੱਜ ਤੱਕ ਵੀ ਆਪਣੇ ਵਪਾਰੀਆਂ ਨੂੰ ਤਾਂ ਸਰਕਾਰ ਨੇ ਕੋਈ ਇਹੋ ਜਿਹੀ ਗੱਲ ਵੀ ਨਹੀਂ ਕਹੀ ਜਿਹਦੇ ਨਾਲ ਆਪਣੇ ਵਪਾਰੀਆਂ ਦਾ ਟਾਈਮ ਪਾਸ ਹੋ ਜੇ, ਕਿ ਚੱਲ ਵੀ 6 ਮਹੀਨਿਆਂ ਬਾਅਦ ਤੁਹਾਡਾ ਇਹ ਕਰ ਦਿਆਂਗੇ, ਚਲੋ ਵਪਾਰੀ ਸ਼ਾਂਤ ਹੋ ਜੇ, 6 ਮਹੀਨੇ ਆਪਣਾ ਟਾਈਮ ਟੱਪ ਜੇ। ਸਾਡੇ ਕੋਲ ਟਾਈਮ ਟਪਾਉਣ ਵਾਸਤੇ ਕੋਈ ਉਹ ਹੈ ਨਹੀਂ, ਬਹਾਨਾ ਹੀ ਹੈ ਨਹੀਂ ਕੋਈ ਜਿਹਨੂੰ ਕਹਿੰਦੇ ਆ। ਸੋ ਅਸੀਂ ਆਪਣੀ ਫਾਈਟ ਕਰ ਰਹੇ ਹਾਂ ਸਰ। ਗਵਰਨਮੈਂਟ ਨੂੰ ਸੋਚਣਾ ਚਾਹੀਦਾ ਹੈ, ਜਦੋਂ ਕੱਲ੍ਹ ਸਾਡੇ ਕੋਲ ਆਉਣਗੇ ਉਦੋਂ ਅਸੀਂ ਸੋਚਾਂਗੇ। ਸੋ ਬਹੁਤ ਵਧੀਆ ਪੋਜੀਸ਼ਨ ਨਹੀਂ ਹੈ ਗਵਰਨਮੈਂਟ ਦਾ ਅਤੇ ਵਪਾਰੀਆਂ ਦਾ ਜਾਂ ਪਬਲਿਕ ਦਾ। ਇੱਕ ਚੋਲੀ ਦਾਮਨ ਦਾ ਇੱਕ ਪਰਿਵਾਰਿਕ ਸਾਥ ਹੁੰਦਾ, ਉਹ ਪਰਿਵਾਰਿਕ ਸਾਥ ਜੇ ਟੁੱਟ ਗਿਆ ਤਾਂ ਸਰ ਫਿਰ ਕੀ ਹੁੰਦਾ ਤੁਸੀਂ ਆਪ ਹੀ ਜਾਣਦੇ ਹੋ। ਸਾਰਾ ਕੋਈ ਸਿੰਪਲ ਪਰਿਵਾਰ ਤੋਂ ਜਿਵੇਂ ਗੱਲ ਹੁੰਦੀ ਹੈ ਉੱਦਾਂ ਹੀ ਸਰਕਾਰਾਂ ਦੀਆਂ ਗੱਲਾਂ ਹੋ ਜਾਣਗੀਆਂ ਜੀ। ਕਪੂਰ ਸਾਹਿਬ, ਸੰਖੇਪ ਵਿੱਚ ਕੈਪਟਨ ਸਾਹਿਬ ਨੂੰ ਕੀ ਕਹੋਗੇ, ਕਿਉਂਕਿ ਪੰਜਾਬ ਦੇ ਪ੍ਰਧਾਨ ਹੋ ਤੁਸੀਂ, ਸੰਖੇਪ 'ਚ? ਕੈਪਟਨ ਸਾਹਿਬ ਨੇ ਦੁਬਾਰਾ ਆਉਣਾ ਕਿ ਨਹੀਂ ਆਉਣਾ, ਮੇਰੇ ਖਿਆਲ ਪਿਛਲੇ ਵਾਰੀ ਇਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਮੇਰਾ ਲਾਸਟ ਇਲੈਕਸ਼ਨ ਹੈ, ਪਰ ਚਲੋ ਜੋ ਵੀ ਹੋਵੇ ਉਹਨਾਂ ਵਾਸਤੇ ਅੱਛਾ ਹੋਵੇ, ਉਹਨਾਂ ਵਾਸਤੇ ਆਪਾਂ ਉਹਦੇ 'ਚ ਨਹੀਂ ਜਾਣਾ ਚਾਹੁੰਦੇ। ਪਰ ਕੈਪਟਨ ਸਾਹਿਬ ਹੋਣ, ਚਾਹੇ ਕੋਈ ਵੀ ਸਰਕਾਰ ਹੋਵੇ, ਕੋਈ ਵੀ ਪੋਲੀਟੀਕਲ ਪਾਰਟੀ ਹੋਵੇ, ਮੈਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਨਾਲ ਕਹਿ ਰਿਹਾ। ਕਾਰਨ ਕੀ ਹੈ ਕਿ ਕੋਈ ਵੀ ਸਰਕਾਰ ਅੱਗੇ ਆ ਸਕਦੀ ਹੈ। ਜਦ ਤੱਕ ਤੁਸੀਂ ਇਹਨਾਂ ਵਪਾਰੀਆਂ ਬਾਰੇ, ਸਾਡੇ ਬਾਰੇ ਨਹੀਂ ਸੋਚੋਗੇ ਨਾ, ਤੁਸੀਂ ਜਿਹੜੇ ਬੰਦਿਆਂ ਨੂੰ ਬਿਨਾਂ, ਉਹ ਕਹਿੰਦੇ ਨਾ ਜਮਾ ਰੋਲ ਗੋਲ ਕੀਤਾ ਸੀ, ਇੱਕ ਉੱਪਰਲੇ ਜਾਂ ਤਾਂ ਅਪਰ ਕਲਾਸ ਨੂੰ ਪੁੱਛਣ ਵਾਲੇ ਬੈਠੇ ਸੀਗੇ ਅਤੇ ਜਾਂ ਥੱਲੇ ਦਾਲ ਆਟਾ ਸਕੀਮ ਵਾਲਿਆਂ ਨੂੰ, ਅਤੇ ਵਪਾਰੀ ਮਿਡਲ ਕਲਾਸ ਨੂੰ ਤਾਂ ਕੋਈ ਪੁੱਛਣ ਵਾਸਤੇ ਹੈ ਹੀ ਨਹੀਂ ਸੀਗਾ। ਪਰ ਉਹ ਚੀਜ਼ਾਂ ਹੁਣ ਤੁਸੀਂ ਭੁੱਲ ਜਾਓ, ਉਹ ਪੁਰਾਣੇ ਲਾਰੇ ਤੁਸੀਂ ਭੁੱਲ ਜਾਓ। ਹੁਣ ਤੁਹਾਨੂੰ ਵੋਟਾਂ ਮੰਗਣ ਵਾਸਤੇ ਜਦੋਂ ਤੁਸੀਂ ਸ਼ਹਿਰ 'ਚ ਆਓਗੇ ਨਾ, ਸਾਡੇ ਵੱਲੋਂ ਪੰਜਾਬ ਪ੍ਰਦੇਸ਼ ਵਪਾਰ ਮੰਡਲ ਆਪਣੇ ਬੈਨਰ ਲਾ ਕੇ ਲਿਖ ਕੇ ਲਾਇਆ ਕਰੂਗਾ ਵੀ ਇਹਨਾਂ ਲੋਕਾਂ ਨੂੰ ਘਰੇ ਨਾ ਵੜਨ ਦਿਓ, ਇਹਨਾਂ ਲੋਕਾਂ ਨੂੰ ਆਪਣੇ ਪ੍ਰੀਮਿਸਿਸ ਦੇ ਵਿੱਚ ਨਾ ਆਣ ਦਿਓ। ਕਾਰਨ ਕੀ ਹੈ? ਇਹਨਾਂ ਨੇ ਸਾਡੇ ਨਾਲ ਧੋਖੇ ਕੀਤੇ ਹੈ, ਇਹਨਾਂ ਲੋਕਾਂ ਨੂੰ ਧੱਕੇ ਮਾਰ ਕੇ ਬਾਜ਼ਾਰ ਕੱਢੋ। ਇਹ ਚੀਜ਼ਾਂ ਸਾਡੇ ਵਪਾਰ ਮੰਡਲ ਵੱਲੋਂ, ਵਪਾਰੀਆਂ ਵੱਲੋਂ ਲਿਖੀਆਂ ਜਾਣਗੀਆਂ। ਜੇ ਤੁਸੀਂ ਸਾਡੇ ਨਾਲ ਐਂ ਧੱਕਾ 6 ਮਹੀਨੇ ਜਿਹੜੇ ਰਹਿ ਗਏ ਕਰਦੇ ਰਹੇ, ਤਾਂ ਉਸ ਤੋਂ ਵੱਧ
ਚੰਗਾ ਹੈ ਕਿ ਤੁਸੀਂ ਪਹਿਲੇ ਇਹਨੂੰ ਸੋਚ ਲਓ ਔਰ ਸਾਡੇ ਬਾਰੇ ਕੁਝ ਨਾ ਕੁਝ ਚੰਗਾ ਕਰ ਲਓ। ਅਸੀਂ ਕੋਈ ਜਾਣ ਕੇ ਨਹੀਂ ਰੋ ਰਹੇ। ਤੁਸੀਂ ਦੇਖੋ ਪੂਰੇ ਵਰਲਡ ਦੇ ਵਿੱਚ ਲੋਕਾਂ ਨੂੰ ਬਾਹਰਲੇ ਕੰਪਨੀਆਂ ਨੇ, ਬਾਹਰਲੇ ਆਪਣੇ ਸਰਕਾਰਾਂ ਨੇ, ਦੇਖੋ ਤੁਸੀਂ ਕਿਵੇਂ ਜ਼ਬਰਦਸਤ ਪੈਕੇਜ ਦਿੱਤੇ ਹੈ। ਲੇਕਿਨ ਅਸੀਂ ਤਾਂ ਤੁਹਾਨੂੰ ਆਪਣੀ ਇਨਕਮ ਦੇ ਵਿੱਚੋਂ ਹੀ ਆਪਣਾ ਹਿੱਸਾ ਮੰਗ ਰਹੇ। ਤੁਸੀਂ ਜੇ ਉਹ ਵੀ ਨਹੀਂ ਦੇਣਾ ਚਾਹੁੰਦੇ ਤਾਂ ਫਿਰ ਤੁਹਾਡਾ ਜਿਹੜਾ ਹੈ ਸਾਡੇ ਕੋਲ ਟੈਕਸ ਮੰਗਣ ਦਾ ਕੋਈ ਹੱਕ ਨਹੀਂ ਹੈ। ਸਾਡੇ ਵਪਾਰੀ ਉਹ ਕਹਿੰਦਾ ਹੁਣ ਮੈਂ ਆਪਣਾ ਗਲਾ ਘੋਟ ਕੇ ਕਿੱਥੇ ਜਾਊਂਗਾ ਜੇ ਮੇਰੇ ਕੋਲੇ ਟੈਕਸ ਹੋਊਗਾ ਹੀ ਨਹੀਂ। ਮੈਂ ਉਹੀ ਗੱਲ ਵੀ ਮੈਂ ਪਿਛਲੇ ਕੁਆਟਰ ਦਾ ਤੁਸੀਂ ਕਹੋਗੇ ਕਿ ਆ ਤੁਹਾਡਾ ਇੰਨੇ ਲੱਖ ਟੈਕਸ ਬਣਿਆ ਹੋਇਆ, ਮੇਰੇ ਕੋਲ ਹੋਣਾ ਹੀ ਨਹੀਂ, ਤਾਂ ਤੁਸੀਂ ਮੈਂ ਊਂ ਹੀ ਭੁੱਖਾ ਮਰਨਾ ਤਾਂ ਮੈਨੂੰ ਗੋਲੀ ਮਾਰ ਦਿਓ, ਮੈਂ ਊਂ ਹੀ ਮਰ ਜਾਊਂਗਾ। ਫਿਰ ਇਹੀ ਚੀਜ਼ ਜਿਹੜੀ ਹੈ ਸਾਡੇ ਕੋਲ ਰਹਿ ਜੂਗੀ। ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਸਰਕਾਰ ਜਲਦ ਤੋਂ ਜਲਦ ਜਿਹੜਾ ਹੈ ਵਪਾਰੀਆਂ ਬਾਰੇ ਸੋਚੇ, ਸਾਰੀਆਂ ਟ੍ਰੇਡਾਂ ਬਾਰੇ ਸੋਚੋ। ਸਾਨੂੰ ਕੋਈ ਨਾ ਨਹੀਂ ਹੈ ਕਿਸੇ ਬਾਰੇ ਕੋਈ ਵੀ ਹੈਗੇ, ਪਰ ਤੁਸੀਂ ਇਹਦੇ 'ਚ ਜਮਾਂ ਉਹ ਕਹਿੰਦੇ ਨਾ ਵਪਾਰੀ ਨੂੰ ਜਿਹੜਾ ਹੈ ਅੱਜ ਅੱਗੇ ਫਰੰਟ ਤੇ ਲਿਆ ਕੇ ਰੱਖੋ, ਤਾਂ ਤੁਹਾਨੂੰ ਪਤਾ ਲੱਗੂਗਾ। ਜੇ ਤੁਸੀਂ ਇਹ ਚੀਜ਼ ਨਹੀਂ ਕਰੋਗੇ ਤਾਂ ਤੁਹਾਨੂੰ ਫਰੰਟ ਤੇ ਵਪਾਰੀ ਰੱਖੀ ਬੈਠਾ ਹੈ ਵੀ ਆਣ ਦੋ, ਫਿਰ ਅਸੀਂ ਦੇਖਦੇ ਹਾਂ ਕੀ ਕਰਨਾ। ਸੋ ਇਸ ਤਰ੍ਹਾਂ ਪੰਜਾਬ ਵਪਾਰ ਮੰਡਲ ਦੇ ਆਗੂ ਜਿਹੜੇ ਲਗਾਤਾਰ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਕਿ ਜੇਕਰ ਵਪਾਰੀਆਂ ਦੀ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਆਉਣ ਵਾਲੇ ਸਮਾਂ 'ਚ ਯਾਨੀ ਜਿਹੜੀ 2022 'ਚ ਚੋਣ ਆ ਰਹੀ ਹੈ ਤਾਂ ਪੰਜਾਬ ਦੀ ਸਰਕਾਰ ਉਹਦੇ ਖਮਿਆਜਾ ਭੁਗਤਣਾ ਪਊਗਾ। ਕੈਮਰਾਮੈਨ ਸ਼ਪਿੰਦਰ ਦੇ ਨਾਲ ਅਮਿਤ ਸ਼ਰਮਾ, ਫਾਸਟਵੇ ਨਿਊਜ਼ ਬਠਿੰਡਾ।